जी ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਸੁਖਪਾਲ ਸਿੰਘ। ਜਿਵੇਂ ਕਿ ਮੈਂ ਆਪ ਜੀ ਨਾਲ ਪਿਛਲੀ ਵੀਡੀਓ ਵਿੱਚ ਜ਼ਿਕਰ ਕੀਤਾ ਸੀ ਕਿ ਮੈਂ ਕੋਆਪਰੇਟਿਵ ਡਿਪਾਰਟਮੈਂਟ ਦੇ ਵਿੱਚ ਬਤੌਰ ਇੰਸਪੈਕਟਰ ਸੇਵਾ ਨਿਭਾ ਰਿਹਾ। ਹੁਣ ਇਸ ਵੀਡੀਓ ਵਿੱਚ ਆਪ ਜੀ ਨਾਲ ਮੈਂ ਡਿਊਟੀਜ਼ ਐਂਡ ਰੋਲਸ ਆਫ ਕੋਆਪਰੇਟਿਵ ਇੰਸਪੈਕਟਰ ਡਿਸਕਸ ਕਰਨ ਜਾ ਰਿਹਾ। ਮੈਂ ਪਹਿਲਾਂ ਹੀ ਆਪ ਜੀ ਨੂੰ ਦੱਸ ਦੇਵਾਂ ਕਿ ਇਸ ਵਿੱਚ ਵੀ ਜਿੰਨੇ ਵੀ ਮੈਂ ਡਿਊਟੀਜ਼ ਜਾਂ ਰੋਲ ਡਿਸਕਸ ਕਰਨ ਲੱਗਾ ਉਹ ਇੰਸਪੈਕਟਰ ਦੇ ਮੇਜਰ ਰੋਲਸ ਹੈਗੇ ਨੇ ਐਜ਼ ਏ ਇੰਸਪੈਕਟਰ। ਪਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਅਤੇ ਡਿਊਟੀਜ਼ ਨੇ ਇੰਸਪੈਕਟਰ ਦੀਆਂ ਜੋ ਕਿ ਇੱਕੋ ਹੀ ਵੀਡੀਓ ਵਿੱਚ ਕਵਰ ਨਹੀਂ ਹੋ ਸਕਦੀਆਂ। ਸੋ ਮੈਂ ਇਸ ਪਾਰਟ 1 ਵਿੱਚ ਆਪ ਜੀ ਨਾਲ ਮੇਜਰ ਰੋਲਸ ਨੂੰ ਡਿਸਕਸ ਕਰਨ ਲੱਗਾ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਦੋਸਤਾਂ ਨੇ ਮੇਰਾ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤਾਂ ਜੋ ਮੇਰੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆਪ ਤੱਕ ਪਹੁੰਚਦੀ ਰਹੇ। ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਇੰਸਪੈਕਟਰ ਦੀਆਂ ਡਿਊਟੀਜ਼ ਦੱਸਣ ਤੋਂ ਪਹਿਲਾਂ ਮੈਂ ਆਪ ਜੀ ਨਾਲ ਕੋਆਪਰੇਟਿਵ ਸੁਸਾਇਟੀਜ਼ ਦੀ ਟਾਈਪਸ ਨੂੰ ਡਿਸਕਸ ਕਰਨਾ ਚਾਹਾਂਗਾ। ਫਸਟ ਹੈ ਜੀ ਪ੍ਰਾਇਮਰੀ ਕੋਆਪਰੇਟਿਵ ਸੁਸਾਇਟੀਜ਼। ਇੰਸਪੈਕਟਰ ਦਾ ਜਿਹੜਾ ਡਿਊਟੀਜ਼ ਹੈ ਜਾਂ ਰੋਲ ਹੈ ਉਹ ਜ਼ਿਆਦਾਤਰ ਪ੍ਰਾਇਮਰੀ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ ਹੀ ਹੈ। ਸੈਕੰਡਰੀ ਔਰ ਐਪੈਕਸ ਜਿਹੜੀ ਹੈ ਉਹ ਇੰਸਪੈਕਟਰ ਲੈਵਲ ਤੋਂ ਉੱਚੇ ਅਫਸਰਾਂ ਦੀ ਨਿਗਰਾਨੀ ਹੇਠ ਜਾਂ ਉਹਨਾਂ ਦੀ ਕਾਰਜਸ਼ੈਲੀ ਦੇ ਅਧੀਨ ਆਉਂਦੀ ਹੈ। ਸੋ ਪ੍ਰਾਇਮਰੀ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ ਜ਼ਿਆਦਾਤਰ ਜੇ ਮੈਂ ਗੱਲ ਕਰਾਂ ਤਾਂ ਬਹੁਤ ਸਾਰੀਆਂ ਸੁਸਾਇਟੀਜ਼ ਨੇ, ਪਰ ਜੇ ਮੇਨ ਗੱਲ ਕਰਾਂ ਖੇਤੀਬਾੜੀ ਸਭਾਵਾਂ ਜੋ ਕਿ ਆਪ ਜੀ ਦੇ ਪਿੰਡਾਂ ਵਿੱਚ ਆਪ ਦੇਖਦੇ ਹੋਵੋਗੇ, ਜਿਸ ਵਿੱਚੋਂ ਕਿਸਾਨ ਮੈਂਬਰਸ ਕਰਜ਼ਾ ਲੈਂਦੇ ਨੇ, ਖਾਦ ਲੈਂਦੇ ਨੇ। ਜੇ ਆਪਾਂ ਦੂਸਰੀ ਗੱਲ ਕਰੀਏ ਉਦਾਹਰਨ ਦੀ ਤਾਂ ਮਿਲਕ ਪ੍ਰੋਡਿਊਸਿੰਗ ਸੁਸਾਇਟੀਜ਼ ਜੋ ਕਿ ਆਪ ਜੀ ਦੇ ਪਿੰਡਾਂ ਖੇਤਰਾਂ ਦੇ ਵਿੱਚੋਂ ਦੁੱਧ ਇਕੱਠਾ ਕਰਕੇ ਵੇਰ ਕੇ ਅਦਾਰੇ ਨੂੰ ਦੁੱਧ ਪਹੁੰਚਾਉਂਦੀਆਂ ਨੇ ਪ੍ਰੋਸੈਸਿੰਗ ਦੇ ਲਈ। ਥਰਡ ਉਦਾਹਰਨ ਹੈ ਜੀ ਪ੍ਰਾਇਮਰੀ ਕੋਆਪਰੇਟਿਵ ਦੀ ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀਜ਼। ਜਿਹੜੇ ਠੇਕੇਦਾਰ ਨੇ ਜਾਂ ਕੋਈ 10-11 ਮੈਂਬਰ ਜਾਂ 21 ਮੈਂਬਰ ਰਲ ਕੇ ਇੱਕ ਮਜ਼ਦੂਰ ਲੋਕ ਰਲ ਕੇ ਇੱਕ ਲੇਬਰ ਕੰਸਟਰਕਸ਼ਨ ਸੁਸਾਇਟੀ ਅਧੀਨ ਸਰਕਾਰੀ ਟੈਂਡਰਸ ਫਿਲ ਕਰ ਸਕਦੇ ਨੇ, ਸਰਕਾਰ ਤੋਂ ਕੰਮ ਪ੍ਰਾਪਤ ਕਰ ਸਕਦੇ ਨੇ। ਇਹ ਸੁਸਾਇਟੀਜ਼ ਜਿਹੜੀਆਂ ਹੈ ਕੋਆਪਰੇਟਿਵ ਐਕਟ ਦੇ ਅਧੀਨ ਰਜਿਸਟਰਡ ਹੁੰਦੀਆਂ ਨੇ। ਨੈਕਸਟ ਆਪਾਂ ਗੱਲ ਕਰੀਏ ਸੈਕੰਡਰੀ ਕੋਆਪਰੇਟਿਵ ਸੁਸਾਇਟੀਜ਼ ਦਾ, ਇਹਨਾਂ ਦੀ ਉਦਾਹਰਨ ਸਭ ਤੋਂ ਬੈਸਟ ਨੇ ਲੇਬਰ ਐਂਡ ਕੰਸਟਰਕਸ਼ਨ ਯੂਨੀਅਨ। ਸੈਕਿੰਡ ਆ ਜਾਂਦਾ ਜੀ ਡਿਸਟ੍ਰਿਕਟ ਕੋਆਪਰੇਟਿਵ ਬੈਂਕਸ, PADP ਬੈਂਕਸ, ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀਜ਼। ਇਹ ਆਦਿ ਜਿਹੜੀਆਂ ਨੇ ਇਹ ਹੈਗੀਆਂ ਨੇ ਸੈਕੰਡਰੀ ਕੋਆਪਰੇਟਿਵ ਸੁਸਾਇਟੀਜ਼, ਜਿਨ੍ਹਾਂ ਵਿੱਚ ਇੰਸਪੈਕਟਰ ਦਾ ਰੋਲ ਬਹੁਤ ਹੀ ਸੀਮਿਤ ਹੁੰਦਾ ਹੈ ਅਤੇ ਇੰਸਪੈਕਟਰ ਤੋਂ ਉੱਤੇ ਜਿਹੜੇ AR ਅਸਿਸਟੈਂਟ ਰਜਿਸਟਰਾਰ ਜਾਂ ਡਿਪਟੀ ਰਜਿਸਟਰਾਰ ਜਾਂ ਉਸ ਤੋਂ ਉੱਤਲੇ ਅਫਸਰਾਂ ਦਾ ਜ਼ਿਆਦਾ ਰੋਲ ਇਹਦੇ ਵਿੱਚ ਹੁੰਦਾ ਹੈ। ਥਰਡ ਆ ਜਾਂਦੀ ਐਪੈਕਸ ਸੁਸਾਇਟੀਜ਼, ਜਿਵੇਂ ਕਿ ਮਾਰਕਫੈਡ ਹੋ ਗਈ, ਪੰਜਾਬ ਸਟੇਟ ਕੋਆਪਰੇਟਿਵ ਬੈਂਕ ਹੋ ਗਿਆ। ਇਹ ਆਦਿ ਕੁਝ ਉਦਾਹਰਨਾਂ ਨੇ ਐਪੈਕਸ ਕੋਆਪਰੇਟਿਵਸ ਦੀਆਂ। ਹੁਣ ਜੇ ਇੰਸਪੈਕਟਰ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਇੰਸਪੈਕਟਰ ਦਾ ਰੋਲ ਹੀ ਪ੍ਰਾਇਮਰੀ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ ਹੁੰਦਾ ਹੈ। ਸੋ ਆਪਾਂ ਅੱਗੇ ਡਿਸਕਸ ਕਰਦੇ ਹਾਂ ਜੀ ਕੁਝ ਉਦਾਹਰਨਾਂ ਪ੍ਰਾਇਮਰੀ ਕੋਆਪਰੇਟਿਵ ਸੁਸਾਇਟੀਜ਼ ਦੀਆਂ, ਉਹਨਾਂ ਦੇ ਨਾਮ ਨੈਕਸਟ ਸਲਾਈਡ ਦੇ ਵਿੱਚ। ਪ੍ਰਾਇਮਰੀ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ ਸਭ ਤੋਂ ਪਹਿਲੀ ਉਦਾਹਰਨ ਹੈ ਜੀ ਐਗਰੀਕਲਚਰ ਕੋਆਪਰੇਟਿਵ ਸੁਸਾਇਟੀਜ਼। ਇੰਸਪੈਕਟਰ ਦੀ ਜੋਬ ਦਾ ਜ਼ਿਆਦਾਤਰ ਕੰਮ, ਮੇਜਰ ਕੰਮ ਜਿਹੜਾ ਹੈ ਉਹ ਇਹਨਾਂ ਐਗਰੀਕਲਚਰ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ ਹੀ ਹੁੰਦਾ ਹੈ, ਕਿਉਂਕਿ ਇਹ ਜਿਹੜੀਆਂ ਐਗਰੀਕਲਚਰ ਸੁਸਾਇਟੀਜ਼ ਨੇ ਇਹਨਾਂ ਵਿੱਚ ਮੈਂਬਰਸ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਹੁੰਦੇ ਨੇ। ਛੋਟੀ ਤੋਂ ਛੋਟੀ ਸਭਾ ਦੇ ਵੀ ਮੈਂਬਰ 200-300 ਮੈਂਬਰ ਇਸ ਸਭਾ ਦੇ ਨਾਲ ਜੁੜਿਆ ਹੁੰਦਾ, ਕਿਸਾਨ ਮੈਂਬਰ। ਇਹ ਅਤੇ ਵੱਡੀਆਂ ਸਭਾਵਾਂ ਦੇ ਤਾਂ ਜਿਹੜੀਆਂ ਖੇਤੀਬਾੜੀ ਸਭਾਵਾਂ ਵੱਡੀਆਂ ਨੇ ਉਹਨਾਂ ਦੇ 2-2 ਹਜ਼ਾਰ 3-3 ਹਜ਼ਾਰ ਮੈਂਬਰ ਵੀ ਦੇਖੇ ਹੋਏ ਨੇ ਸਰਵਿਸ ਦੌਰਾਨ। ਅਤੇ ਇਹਨਾਂ ਜਿਹੜੀਆਂ ਖੇਤੀਬਾੜੀ ਸਭਾਵਾਂ ਨੇ ਇਹ ਆਪਣੇ ਕਿਸਾਨ ਮੈਂਬਰਾਂ ਨੂੰ ਕੋਆਪਰੇਟਿਵ ਬੈਂਕ ਤੋਂ ਕਰਜ਼ਾ ਲੈ ਕੇ ਦਿੰਦੀਆਂ ਨੇ ਅਤੇ ਇਹਨਾਂ ਨੂੰ ਖਾਦ, DAP, ਯੂਰੀਆ ਆਦਿ ਪ੍ਰੋਵਾਈਡ ਕਰਵਾਉਂਦੀਆਂ ਨੇ ਇਹਨਾਂ ਸੁਸਾਇਟੀਜ਼ ਵਿੱਚ।
ਨੈਕਸਟ ਐਗਜ਼ਾਮਪਲ ਹੈ ਜੀ ਸੁਸਾਇਟੀਜ਼ ਦੀ, ਮਿਲਕ ਪ੍ਰੋਡਿਊਸਿੰਗ ਸੁਸਾਇਟੀਜ਼। ਵੇਰਕੇ ਦਾ ਨਾਂ ਤਾਂ ਆਪਾਂ ਸਾਰੇ ਜਾਣਦੇ ਹਾਂ, ਪਰ ਵੇਰਕੇ ਨੂੰ ਦੁੱਧ ਆਉਂਦਾ ਕਿੱਥੋਂ ਹੈ? ਵੇਰਕੇ ਨੂੰ ਇਹ ਦੁੱਧ ਪਹੁੰਚਾਉਂਦੀਆਂ ਨੇ ਇਹ ਮਿਲਕ, ਪਿੰਡਾਂ, ਥਾਵਾਂ, ਸ਼ਹਿਰਾਂ ਦੇ ਵਿੱਚ ਬਣੀਆਂ ਇਹ ਮਿਲਕ ਪ੍ਰੋਡਿਊਸਿੰਗ ਸੁਸਾਇਟੀਜ਼। ਕੁਝ ਮੈਂਬਰਸ ਜਿਨ੍ਹਾਂ ਨੇ, ਕਿਸਾਨ ਮੈਂਬਰ ਜਿਹੜੇ ਪਸ਼ੂਆਂ ਦਾ, ਆਦਿ ਦਾ, ਦੁੱਧ ਦਾ ਵਪਾਰ ਕਰਦੇ ਨੇ, ਉਹ ਇਹਨਾਂ ਸੁਸਾਇਟੀਜ਼ ਦੇ ਨਾਲ ਐਜ਼ ਏ ਮੈਂਬਰ ਜੁੜੇ ਹੁੰਦੇ ਨੇ, ਜੋ ਕਿ ਇਹਨਾਂ ਸੁਸਾਇਟੀਜ਼ ਨੂੰ ਦੁੱਧ ਪਾਉਂਦੇ ਨੇ ਅਤੇ ਉਹਨਾਂ ਕੋਲੋਂ ਦੁੱਧ ਕਲੈਕਟ ਕਰਕੇ ਇਹ ਸੁਸਾਇਟੀਜ਼ ਵੇਰਕੇ ਨੂੰ ਪਹੁੰਚਾਉਂਦੀਆਂ ਨੇ, ਜੋ ਵੇਰਕਾ ਪ੍ਰੋਸੈਸਿੰਗ ਕਰਕੇ ਆਪ ਜੀ ਨੂੰ ਪੈਕਟਾਂ ਵਿੱਚ ਬੰਦ ਕਰਕੇ ਵੇਚਦਾ ਹੈ। ਨੈਕਸਟ ਆ ਜਾਂਦੀਆਂ ਜੀ ਹਾਊਸਿੰਗ ਸੁਸਾਇਟੀਜ਼। ਜੋ ਲੋਕ ਮੋਹਾਲੀ ਵਾਲੀ ਸਾਈਡ ਤੋਂ ਨੇ ਉਹਨਾਂ ਨੇ ਕਾਫੀ ਦੇਖਿਆ ਹੋਣਾ ਕਿ ਉੱਥੇ ਕੰਪਲੈਕਸਿਸ ਬਣੇ ਹੋਏ ਨੇ ਹਾਊਸਿੰਗ ਸੁਸਾਇਟੀਜ਼ ਦੇ। ਇਹ ਆਪਣੇ ਮੈਂਬਰਸ ਨੂੰ ਮਤਲਬ ਕਿ ਬਹੁਤ ਹੀ ਨਿਊਨਤਮ ਕਹਿ ਸਕਦੇ ਹਾਂ ਇੰਟਰਸਟ 'ਤੇ ਕਰਜ਼ਾ ਦਿਵਾਉਂਦੀਆਂ ਨੇ, ਉਹਨਾਂ ਨੂੰ ਫੈਸਿਲੀਟੇਟ ਕਰਦੀਆਂ ਨੇ ਉਹਨਾਂ ਦੇ ਮਕਾਨ ਉਸਾਰੀ ਦੇ ਵਿੱਚ। ਨੈਕਸਟ ਆ ਜਾਂਦੀਆਂ ਜੀ ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀਜ਼। ਇਹ ਸੁਸਾਇਟੀਜ਼ ਜ਼ਿਆਦਾਤਰ ਵੀਕਰ ਸੈਕਸ਼ਨ ਲਈ ਟਾਰਗੇਟ ਕਰਕੇ ਬਣਾਈਆਂ ਗਈਆਂ ਕਿ ਜੋ ਮਜ਼ਦੂਰ ਲੋਕ ਨੇ, ਜੋ ਕਿਰਤੀ ਕਾਮੇ ਨੇ, ਉਹ ਆਪਣੇ ਹੁਨਰ ਨੂੰ ਚੰਗੇ ਢੰਗ ਨਾਲ ਯੂਜ਼ ਕਰ ਸਕਣ, ਵਧੀਆ ਕਮਾ ਸਕਣ, ਆਪਣੇ ਲਾਈਫ ਸਟਾਈਲ ਨੂੰ ਵਧੀਆ ਬਣਾਉਣ ਦੇ ਲਈ ਚੰਗਾ ਅਰਨ ਕਰ ਸਕਣ। ਇਹਨਾਂ ਸੁਸਾਇਟੀਜ਼ ਥਰੂ ਸਰਕਾਰੀ ਟੈਂਡਰਸ ਮਿਲਣੇ ਬਹੁਤ ਹੀ ਆਸਾਨ ਹੋ ਜਾਂਦੇ ਨੇ। ਸੋ ਇਹ ਵੀ ਇੱਕ ਬਹੁਤ ਹੀ ਜ਼ਿਆਦਾ ਤਾਦਾਦ ਦੇ ਵਿੱਚ ਆਪ ਜੀ ਨੂੰ ਡਿਪਾਰਟਮੈਂਟ ਦੇ ਵਿੱਚ ਮਿਲਣਗੀਆਂ ਰਜਿਸਟਰਡ ਹੋਈਆਂ। ਨੈਕਸਟ ਆ ਜਾਂਦੀ ਹੈ ਜੀ ਟਰਾਂਸਪੋਰਟ ਸੁਸਾਇਟੀਜ਼। ਟਰਾਂਸਪੋਰਟ ਸੁਸਾਇਟੀਜ਼ ਦੇ ਵਿੱਚ ਮੈਂ ਸਭ ਤੋਂ ਵੱਡੀ ਉਦਾਹਰਨ ਦੇਣਾ ਚਾਹਾਂਗਾ ਰੋਹਤਕ ਬੱਸ ਕੋਆਪਰੇਟਿਵ ਸੁਸਾਇਟੀਜ਼। ਰੋਹਤਕ ਬੱਸਾਂ ਆਪਨੇ ਵੇਖੀ ਹੋਣੀ, ਰੋਹਤਕ ਦੀਆਂ ABTC ਬੱਸ ਦੇਖੀ ਹੋਣੀ ਆਪਨੇ। ਇਹ ਵੀ ਇੱਕ ਕੋਆਪਰੇਟਿਵ ਸੁਸਾਇਟੀਜ਼ ਦੀ ਇੱਕ ਟਰਾਂਸਪੋਰਟ ਸੁਸਾਇਟੀਜ਼ ਨੇ ਜੋ ਕਿ ਸਾਡੇ ਕੋਆਪਰੇਟਿਵ ਐਕਟ ਦੇ ਅਧੀਨ ਰਜਿਸਟਰਡ ਨੇ। ਨੈਕਸਟ ਆ ਜਾਂਦੀ ਥ੍ਰਿਫਟ ਐਂਡ ਕ੍ਰੈਡਿਟ ਸੁਸਾਇਟੀਜ਼। ਇਹ ਸੁਸਾਇਟੀਜ਼ ਬੈਂਕ ਵਾਂਗ ਵਰਕ ਕਰਦੀਆਂ ਨੇ। ਇਹ ਆਪਣੇ ਮੈਂਬਰਸ ਨੂੰ ਮਤਲਬ ਕਿ ਕਰਜ਼ਾ ਦਿੰਦੀਆਂ ਨੇ, ਬੈਂਕ ਦੀ ਤਰ੍ਹਾਂ ਡਿਪੋਜ਼ਿਟ ਕਰਦੀਆਂ ਨੇ, ਬੈਂਕ ਦੀ ਤਰ੍ਹਾਂ ਹੀ ਪਰਫੋਰਮ ਕਰਦੀਆਂ ਨੇ, ਪਰ ਇੱਕ ਸੀਮਿਤ ਲੋਕਾਂ ਦੇ ਸੰਗਠਨ ਨੂੰ ਹੀ ਟਾਰਗੇਟ ਕਰਦੀਆਂ ਨੇ। ਸੀਮਿਤ ਕਸਟਮਰ ਹੁੰਦੇ ਨੇ, ਉਹੀ ਕਸਟਮਰ ਇਹਦੇ ਮੈਂਬਰਸ ਹੁੰਦੇ ਨੇ, ਉਹੀ ਕਸਟਮਰਸ ਇਹਦੇ ਮੈਨੇਜਮੈਂਟ ਕਮੇਟੀ ਦੇ ਵਿੱਚ ਚੁਣੇ ਜਾਂਦੇ ਨੇ। ਸੋ ਇਹ ਕੁਝ ਐਗਜ਼ਾਮਪਲ ਸੀਗੀਆਂ, ਹੋਰ ਵੀ ਕਾਫੀ ਤਰ੍ਹਾਂ ਦੀਆਂ ਪ੍ਰਾਇਮਰੀ ਸੁਸਾਇਟੀਜ਼ ਨੇ ਕੋਆਪਰੇਟਿਵ ਦੇ ਵਿੱਚ, ਪਰ ਇਹ ਕੁਝ ਮੈਂ ਮੇਨ ਤੁਹਾਨੂੰ ਦੱਸੀਆਂ ਨੇ। ਚਲੋ ਹੁਣ ਆਪਾਂ ਮੇਨ ਗੱਲ 'ਤੇ ਆਉਂਦੇ ਹਾਂ ਡਿਊਟੀਜ਼ ਦੇ ਵਿੱਚ ਇੰਸਪੈਕਟਰ ਦੀਆਂ। ਫਸਟ ਹੈ ਜੀ ਡਿਊਟੀ ਇੰਸਪੈਕਟਰ ਦੀ ਐਜ਼ ਏ ਸੁਪਰਵਾਈਜ਼ਰੀ ਆਫਿਸਰ। ਇਸ ਦੇ ਵਿੱਚ ਜੋ ਮੈਂ ਸਲਾਈਡ ਦੇ ਵਿੱਚ ਪਿਕਚਰਸ ਯੂਜ਼ ਕੀਤੀਆਂ ਨੇ, ਇਹ ਮੇਰੀਆਂ ਖੁਦ ਦੀਆਂ ਪਰਸਨਲ ਡਿਊਟੀ ਦੌਰਾਨ ਦੀਆਂ ਪਿਕਚਰਸ ਨੇ। ਜੋ ਮੈਂ ਕੰਮ ਕਰਦਾ, ਜੋ ਮੈਂ ਕੰਮ ਕੀਤੇ ਨੇ, ਉਸ ਮੈਂ ਪਿਕਚਰਸ ਨੂੰ ਲਗਾਇਆ ਹੋਇਆ। ਅਤੇ ਆਪ ਜੀ ਨੂੰ ਮੈਂ ਪਹਿਲਾਂ ਦੱਸਣ ਜਾ ਰਿਹਾ ਐਜ਼ ਏ ਸੁਪਰਵਾਈਜ਼ਰੀ ਆਫਿਸਰ ਇੰਸਪੈਕਟਰ ਦੀਆਂ ਕੀ ਡਿਊਟੀਜ਼ ਨੇ। ਬਤੌਰ ਸੁਪਰਵਾਈਜ਼ਰੀ ਅਫਸਰ ਇੰਸਪੈਕਟਰ ਆਪਣੇ ਹਲਕੇ ਅਧੀਨ ਆਉਂਦੀਆਂ ਕਿਸੇ ਵੀ ਪ੍ਰਾਇਮਰੀ ਸਭਾ ਦਾ ਰਿਕਾਰਡ ਚੈੱਕ ਕਰ ਸਕਦਾ ਹੈ। ਜੇਕਰ ਰਿਕਾਰਡ ਅਧੂਰਾ ਜਾਂ ਕੋਈ ਖਾਮੀ ਸਾਹਮਣੇ ਆਉਂਦੀ ਹੈ ਤਾਂ ਇੰਸਪੈਕਟਰ ਸੰਬੰਧਿਤ ਸਭਾ ਦੇ ਕਰਮਚਾਰੀ ਜਾਂ ਸਭਾ ਦੀ ਪ੍ਰਬੰਧਕ ਕਮੇਟੀ ਨੂੰ ਖਾਮੀ ਜਾਂ ਤਰੁੱਟੀ ਠੀਕ ਕਰਨ ਲਈ ਸਭਾ ਦੀ ਪ੍ਰੋਸੀਡਿੰਗ ਬੁੱਕ ਵਿੱਚ ਲਿਖਤੀ ਹਦਾਇਤ ਕਰ ਸਕਦਾ ਹੈ। ਇਸੇ ਤਰ੍ਹਾਂ ਉਹ ਸਭਾ ਦੇ ਕਰਮਚਾਰੀਆਂ ਦੀ ਹਾਜ਼ਰੀ, ਉਹਨਾਂ ਦਾ ਕੰਡਕਟ, ਉਹਨਾਂ ਦੇ ਮੈਂਬਰਸ ਦੇ ਨਾਲ ਆਦਿ ਚੈੱਕ ਕਰ ਸਕਦਾ ਹੈ। ਨੈਕਸਟ ਡਿਊਟੀ ਆ ਜਾਂਦੀ ਹੈ ਜੀ, ਰੋਲ ਆ ਜਾਂਦਾ ਐਜ਼ ਏ ਇੰਸਪੈਕਸ਼ਨ ਆਫਿਸਰ। ਇੰਸਪੈਕਟਰ ਪ੍ਰਾਇਮਰੀ ਸੁਸਾਇਟੀਜ਼ ਦਾ ਨਿਰੀਖਣ ਕਰਦੇ ਨੇ, ਇੰਸਪੈਕਸ਼ਨ ਕਰਦੇ ਨੇ। ਇੰਸਪੈਕਟਰ ਵਰਡ ਹੀ ਇੰਸਪੈਕਸ਼ਨ ਸ਼ਬਦ ਤੋਂ ਬਣਿਆ ਹੈ। ਇੰਸਪੈਕਸ਼ਨ ਦਾ ਮਤਲਬ ਪੰਜਾਬੀ 'ਚ ਨਿਰੀਖਣ ਅਤੇ ਇੰਸਪੈਕਟਰ ਦਾ ਮਤਲਬ ਹੈ ਨਿਰੀਖਕ। ਸੋ ਇੰਸਪੈਕਟਰ ਦਾ ਮੇਨ ਕੰਮ ਹੀ ਇੰਸਪੈਕਸ਼ਨਸ ਕਰਨਾ ਹੈ ਇਹਨਾਂ ਸੁਸਾਇਟੀਜ਼ ਦੀ। ਉਹ ਇਸ ਵਿੱਚ ਇੰਸਪੈਕਸ਼ਨ ਦੇ ਦੌਰਾਨ ਸਭਾ ਦੀ ਕਾਰਗੁਜ਼ਾਰੀ ਨੂੰ ਦੇਖਦੇ ਨੇ ਅਤੇ ਉਸ ਕਾਰਗੁਜ਼ਾਰੀ ਨੂੰ ਇੱਕ ਮਹਿਕਮੇ ਵੱਲੋਂ ਜੋ ਪ੍ਰਵਾਨਿਤ ਇੰਸਪੈਕਸ਼ਨ ਨੋਟ ਹੈ ਉਸ ਵਿੱਚ ਦਰਜ ਕਰਦੇ ਨੇ।
ਇੰਸਪੈਕਸ਼ਨ ਦੌਰਾਨ ਜੇਕਰ ਉਹਨਾਂ ਨੂੰ ਕੋਈ ਗਬਨ ਜਾਂ ਖਾਮੀ ਜਾਂ ਕੋਈ ਮਿਸ ਐਪਰੋਪ੍ਰੀਏਸ਼ਨ ਆਫ ਫੰਡਸ ਨਜ਼ਰ ਆਉਂਦੀ ਹੈ ਤਾਂ ਉਹ ਸੰਬੰਧਿਤ ਦੋਸ਼ੀਆਂ ਦੇ ਖਿਲਾਫ ਲੀਗਲ ਐਕਸ਼ਨ ਲੈਂਦੇ ਨੇ ਅਤੇ ਆਪਣੇ ਉੱਚ ਅਫਸਰਾਂ ਨੂੰ ਇਸ ਸੰਬੰਧੀ ਰਿਪੋਰਟ ਕਰਦੇ ਨੇ। ਐਜ਼ ਏ ਇਨਕੁਆਇਰੀ ਆਫਿਸਰ ਇੰਸਪੈਕਟਰ ਦਾ ਰੋਲ ਜੋ ਹੈ ਉਹ ਹੈ ਜੀ, ਜਦੋਂ ਵੀ ਕਿਸੇ ਸਭਾ ਦੇ ਵਿੱਚ, ਪ੍ਰਾਇਮਰੀ ਸਭਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਆਉਂਦੀ ਹੈ, ਕਿਸੇ ਵੀ ਤਰ੍ਹਾਂ ਦੇ ਪ੍ਰਾਇਮਰੀ ਸਭਾ ਦੇ ਖਿਲਾਫ ਜਾਂ ਉਹਦੀ ਪ੍ਰਬੰਧਕ ਕਮੇਟੀ ਦੇ ਖਿਲਾਫ ਜਾਂ ਉਸ ਸਭਾ ਦੇ ਕਰਮਚਾਰੀਆਂ ਦੇ ਖਿਲਾਫ, ਤਾਂ ਇਹ ਸ਼ਿਕਾਇਤ ਸੰਬੰਧਿਤ ਏਰੀਆ ਇੰਸਪੈਕਟਰ ਨੂੰ ਮਾਰਕ ਹੁੰਦੀ ਹੈ। ਉਹ ਏਰੀਆ ਇੰਸਪੈਕਟਰ ਜੋ ਹੁੰਦਾ ਹੈ ਐਜ਼ ਏ ਇਨਕੁਆਇਰੀ ਆਫਿਸਰ ਇਸ ਸ਼ਿਕਾਇਤ ਦੀ ਪੜਤਾਲ ਕਰਦਾ ਹੈ। ਉਸ ਪੜਤਾਲ ਦੌਰਾਨ ਉਹ ਸ਼ਿਕਾਇਤਕਰਤਾ ਅਤੇ ਜਿਸ ਖਿਲਾਫ ਸ਼ਿਕਾਇਤ ਹੈ ਦੋਨਾਂ ਪਾਰਟੀਜ਼ ਨੂੰ ਸੁਣਦਾ ਹੈ, ਉਹਨਾਂ ਦੇ ਪੱਖ ਨੂੰ ਦੇਖਦਾ ਹੈ ਅਤੇ ਦੋਵੇਂ ਪੱਖ ਸੁਣਨ ਤੋਂ ਬਾਅਦ ਉਹ ਆਪਣੀ ਜਿਹੜੀ ਡਿਸੀਜ਼ਨ ਹੈ ਆਪਣੀ ਇਨਕੁਆਇਰੀ ਰਿਪੋਰਟ ਦੇ ਵਿੱਚ ਆਪਣੇ ਉੱਚ ਅਫਸਰਾਂ ਨੂੰ ਅਗਲੇਰੀ ਕਾਰਵਾਈ ਹਿੱਤ ਭੇਜਦਾ ਹੈ। ਆ ਜਾਂਦੀ ਹੈ ਜੀ ਇੰਸਪੈਕਟਰ ਦੀ ਐਜ਼ ਏ ਆਰਬਿਟਰੇਟਰ। ਇਹ ਬਹੁਤ ਹੀ ਇੱਕ ਅਹਿਮ ਡਿਊਟੀ ਹੈ ਜਿਸ ਵਿੱਚ ਇੰਸਪੈਕਟਰਸ ਕੋਲ ਸਿਵਲ ਕੋਰਟ ਦੀਆਂ ਪਾਵਰਸ ਨੇ। ਇਸ ਵਿੱਚ ਜੇਕਰ ਕਿਸੇ ਵੀ ਸਹਿਕਾਰੀ ਅਦਾਰੇ ਤੋਂ ਕਿਸੇ ਮੈਂਬਰ ਨੇ ਜਾਂ ਕਿਸੇ ਬੈਂਕ ਤੋਂ ਕਿਸੇ ਕਸਟਮਰ ਨੇ ਕੋਈ ਲੋਨ ਲਿਆ ਅਤੇ ਉਹ ਉਸ ਦਾ ਡਿਫਾਲਟਰ ਹੋ ਜਾਂਦਾ ਹੈ, ਜੇਕਰ ਉਸ ਦੀ ਅਮਾਊਂਟ ਪ੍ਰਿੰਸੀਪਲ ਅਮਾਊਂਟ 5 ਲੱਖ ਤੱਕ ਦੀ ਹੁੰਦੀ ਹੈ ਤਾਂ ਇਸ ਕੇਸ ਨੂੰ ਸੁਣਨ ਦੀ ਜੋ ਅਧਿਕਾਰ ਹੈ ਉਹ ਇੰਸਪੈਕਟਰ ਕੋਲ ਹੁੰਦੇ ਨੇ। ਇਸ ਆਰਬਿਟਰੇਸ਼ਨ ਜਿਹੜੀਆਂ ਫਾਈਲਸ ਹੁੰਦੀਆਂ ਨੇ ਇੰਸਪੈਕਟਰ ਦੀ ਕੋਰਟ ਵਿੱਚ ਕੇਸ ਦਾਇਰ ਹੁੰਦਾ ਹੈ। ਇੰਸਪੈਕਟਰ ਦੋਨਾਂ ਪਾਰਟੀਜ਼ ਨੂੰ ਸੁਣਦਾ ਹੈ, ਜਿਹਨੇ ਕਰਜ਼ਾ ਦਿੱਤਾ ਹੈ ਅਤੇ ਜਿਸ ਨੇ ਕਰਜ਼ਾ ਲਿਆ ਹੈ। ਇਹਨਾਂ ਦੋਨੋਂ ਪਾਰਟੀਜ਼ ਨੂੰ ਸੁਣਨ ਤੋਂ ਬਾਅਦ, ਘੋਖ ਕਰਨ ਤੋਂ ਬਾਅਦ ਐਜ਼ ਏ ਜੱਜ ਉਹ ਆਪਣਾ ਡਿਸੀਜ਼ਨ ਦਿੰਦਾ ਹੈ ਕਿ ਕਿਸ ਦਾ ਦੋਸ਼ ਹੈ, ਕਿਸ ਦੇ ਖਿਲਾਫ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ। ਇਹ ਸਾਰਾ ਕੁਝ ਇੰਸਪੈਕਟਰ ਦੀ ਆਪਣੀ ਸੂਝ ਬੂਝ 'ਤੇ ਡਿਪੈਂਡ ਕਰਦਾ ਹੈ, ਜੋ ਉਸਨੇ ਕੇਸ ਤੋਂ ਜਾਂ ਉਹਦੇ ਜੋ ਉਹਨੂੰ ਐਵੀਡੈਂਸਸ ਪੇਸ਼ ਕੀਤੇ ਗਏ ਕੋਰਟ ਦੇ ਵਿੱਚ, ਉਸਦੀ ਕੋਰਟ ਦੇ ਵਿੱਚ, ਅਤੇ ਉਸ ਤੋਂ ਉਹ ਡਿਸੀਜ਼ਨ ਲੈਂਦਾ ਹੈ। ਇਹ ਜਿਹੜੀ ਪਾਵਰ ਹੈ ਇਹ ਬਹੁਤ ਹੀ ਇੱਕ ਅਹਿਮ ਪਾਵਰ ਹੈ ਜਿਹੜੀ ਕਿ ਇੰਸਪੈਕਟਰ ਦੇ ਕੋਲ ਹੁੰਦੀ ਹੈ। ਨੈਕਸਟ ਆ ਜਾਂਦੀ ਹੈ ਜੀ ਐਜ਼ ਏ ਐਡਮਿਨਿਸਟ੍ਰੇਟਰ। ਐਡਮਿਨਿਸਟ੍ਰੇਟਰ ਦਾ ਮਤਲਬ ਹੈ ਪ੍ਰਸ਼ਾਸਕ ਪੰਜਾਬੀ ਦੇ ਵਿੱਚ। ਜਦੋਂ ਵੀ ਕਿਸੇ ਸਭਾ ਦੇ ਵਿੱਚ ਕੋਈ ਮੈਨੇਜਮੈਂਟ ਕਮੇਟੀ ਹੋਂਦ ਵਿੱਚ ਨਹੀਂ ਹੁੰਦੀ ਤਾਂ ਉਸ ਸਮੇਂ ਸਭਾ ਦੀ ਕੰਮਕਾਰ ਨੂੰ ਚਲਾਉਣ ਦੇ ਲਈ ਸੰਬੰਧਿਤ ਹਲਕਾ ਇੰਸਪੈਕਟਰ ਨੂੰ ਐਜ਼ ਏ ਐਡਮਿਨਿਸਟ੍ਰੇਟਰ ਨਿਯੁਕਤ ਕੀਤਾ ਜਾਂਦਾ ਹੈ, ਜੋ ਕਿ ਸਭਾ ਦੇ ਕੰਮਕਾਰ ਨੂੰ ਪ੍ਰਬੰਧਕ ਕਮੇਟੀ ਦੀ ਤਰ੍ਹਾਂ ਹੀ ਦੇਖਦਾ ਹੈ, ਜਿਵੇਂ ਕਿ ਜੋ ਰੋਲਸ ਜੋ ਡਿਊਟੀਜ਼ ਪ੍ਰਬੰਧਕ ਕਮੇਟੀ ਦੇ ਨੇ, ਪਰ ਕੁਝ ਅਧਿਕਾਰ ਐਜ਼ ਏ ਐਡਮਿਨਿਸਟ੍ਰੇਟਰ ਇੰਸਪੈਕਟਰ ਕੋਲ ਨਹੀਂ ਹੁੰਦੇ, ਜਿਵੇਂ ਕਿ ਸਭਾ ਦੇ ਵਿੱਚ ਕਿਸੇ ਮੁਲਾਜ਼ਮ ਦੀ ਭਰਤੀ ਕਰਨਾ ਜਾਂ ਕਿਸੇ ਮੁਲਾਜ਼ਮ ਨੂੰ ਸਸਪੈਂਡ ਜਾਂ ਡਿਸਮਿਸ ਕਰਨਾ। ਇਹ ਸਿਰਫ ਜੇ ਅਧਿਕਾਰਾਂ ਨੂੰ ਵਰਤਣ ਦੀ ਇਹੋ ਜਿਹੀ ਲੋੜ ਪੈਂਦੀ ਹੈ ਇਸ ਡਿਸੀਜ਼ਨ ਨੂੰ ਲੈਣ ਦੀ, ਤਾਂ ਇਹ ਸੰਬੰਧਿਤ ਡਿਵੀਜ਼ਨ ਦੇ ਜੁਆਇੰਟ ਰਜਿਸਟਰਾਰ ਦੇ ਕੋਲੋਂ ਮਨਜ਼ੂਰੀ ਲੈ ਕੇ ਹੀ ਇੱਕ ਐਡਮਿਨਿਸਟ੍ਰੇਟਰ ਇਹ ਅਧਿਕਾਰ ਵਰਤ ਸਕਦਾ ਹੈ। ਇੰਸਪੈਕਟਰ ਨੂੰ ਐਜ਼ ਏ ਐਡਮਿਨਿਸਟ੍ਰੇਟਰ ਵੱਧ ਤੋਂ ਵੱਧ 6 ਮਹੀਨੇ ਤੱਕ ਲਗਾਇਆ ਜਾ ਸਕਦਾ ਹੈ। ਇਸ 6 ਮਹੀਨੇ ਦੌਰਾਨ ਐਡਮਿਨਿਸਟ੍ਰੇਟਰ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਸਭਾ ਦੀ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਕਰਵਾ ਸਕੇ। ਜੇਕਰ ਸਭਾ ਦੀ ਇਲੈਕਸ਼ਨ ਉਹਨਾਂ 6 ਮਹੀਨੇ ਦੌਰਾਨ ਵੀ ਨਹੀਂ ਹੁੰਦੀ ਤਾਂ ਨੈਕਸਟ ਜੋ ਆਪਾਂ ਰੋਲ ਡਿਸਕਸ ਕਰਨ ਜਾ ਰਹੇ ਹਾਂ ਇਲੈਕਸ਼ਨ ਮੈਨੇਜਰ ਦਾ, ਉਹ ਵੀ ਇੰਸਪੈਕਟਰ ਨੂੰ ਲਗਾਇਆ ਜਾਂਦਾ ਹੈ। ਆਓ ਅਗਲਾ ਰੋਲ ਡਿਸਕਸ ਕਰਦੇ ਹਾਂ ਜੀ ਇੰਸਪੈਕਟਰ ਦਾ। ਨੈਕਸਟ ਰੋਲ ਆ ਜਾਂਦਾ ਜੀ ਇਲੈਕਸ਼ਨ ਮੈਨੇਜਰ। ਜਦੋਂ ਸਭਾ ਵਿੱਚ ਪ੍ਰਬੰਧਕ ਕਮੇਟੀ ਜਾਂ
ਪ੍ਰਸ਼ਾਸਕ ਹੋਂਦ ਵਿੱਚ ਨਹੀਂ ਹੁੰਦੇ, ਪ੍ਰਬੰਧਕ ਕਮੇਟੀ ਹੋਂਦ ਵਿੱਚ ਨਹੀਂ ਹੈ ਤਾਂ ਪ੍ਰਸ਼ਾਸਕ ਲਗਾਇਆ ਜਾਂਦਾ ਹੈ। ਪ੍ਰਸ਼ਾਸਕ ਦੇ ਕਾਰਜਕਾਲ ਦੌਰਾਨ ਵੀ ਜੇਕਰ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੁੰਦੀ ਤਾਂ ਨੈਕਸਟ ਇਲੈਕਸ਼ਨ ਮੈਨੇਜਰ ਲਗਾ ਕੇ ਉਹ ਵੀ ਇੰਸਪੈਕਟਰ, ਹਲਕਾ ਇੰਸਪੈਕਟਰ ਨੂੰ ਲਗਾਇਆ ਜਾਂਦਾ ਹੈ, ਸੰਬੰਧਿਤ ਹਲਕਾ ਇੰਸਪੈਕਟਰ ਨੂੰ। ਤਾਂ ਉਹ ਸਭਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਕਰਾਉਣ ਲਈ ਜੋ ਵੀ ਕਾਰਵਾਈ ਕਰਨੀਆਂ ਹੁੰਦੀਆਂ ਨੇ, ਜੋ ਵੀ ਮਤੇ ਪੈਣੇ ਹੁੰਦੇ ਨੇ, ਇਲੈਕਸ਼ਨ ਪ੍ਰੋਗਰਾਮ ਤਿਆਰ ਕਰਨਾ ਹੁੰਦਾ ਹੈ, ਇਹ ਜ਼ਿੰਮੇਵਾਰੀ ਇੱਕ ਇਲੈਕਸ਼ਨ ਮੈਨੇਜਰ ਦੀ ਹੁੰਦੀ ਹੈ। ਸੋ ਇੰਸਪੈਕਟਰ ਦੀ ਇਹ ਵੀ ਇੱਕ ਬਹੁਤ ਹੀ ਅਹਿਮ ਜ਼ਿੰਮੇਵਾਰੀ ਹੈ, ਸਭਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਕਰਾਉਣੀ, ਸਭਾ ਦੇ ਕੰਮਕਾਰ ਨੂੰ ਸੁਖਾਵੇਂ ਢੰਗ ਨਾਲ ਐਕਟ ਅਤੇ ਬਾਇਲਾਜ਼, ਰੂਲਸ ਦੇ ਅਕੋਰਡਿੰਗ ਚਲਾਉਣ ਦੇ ਲਈ। ਨੈਕਸਟ ਰੋਲ ਆ ਜਾਂਦਾ ਜੀ ਇੰਸਪੈਕਟਰ ਦਾ ਐਜ਼ ਏ ਪ੍ਰਜ਼ਾਈਡਿੰਗ ਐਂਡ ਰਿਟਰਨਿੰਗ ਆਫਿਸਰ। ਇਹ ਮੇਰੀ ਇੱਕ ਤਸਵੀਰ ਹੈ ਜੀ ਜਿੱਥੇ ਮੈਂ ਸਭਾ ਦੀ ਚੋਣ ਕਰਵਾ ਰਿਹਾ। ਜਦੋਂ ਐਜ਼ ਇੰਸਪੈਕਟਰ ਐਜ਼ ਏ ਪ੍ਰਜ਼ਾਈਡਿੰਗ ਐਂਡ ਰਿਟਰਨਿੰਗ ਆਫਿਸਰ ਨਿਯੁਕਤ ਹੁੰਦਾ ਹੈ ਕਿਸੇ ਵੀ ਪ੍ਰਾਇਮਰੀ ਸਭਾ ਦੀ ਚੋਣ ਕਰਵਾਉਣ ਦੇ ਲਈ, ਤਾਂ ਉਸ ਕੋਲ ਜਿਹੜੇ ਅਧਿਕਾਰ ਹੁੰਦੇ ਨੇ, ਜਿਵੇਂ ਆਪਾਂ ਆਮ ਇਲੈਕਸ਼ਨਸ ਦੇ ਵਿੱਚ ਜਿਹੜੇ ਪ੍ਰਜ਼ਾਈਡਿੰਗ ਅਫਸਰ ਕੋਲ ਹੁੰਦੇ ਨੇ ਡਿਸੀਜ਼ਨ ਲੈਣ ਦੇ, ਉਸ ਕੋਲ ਸਾਰੇ ਹੀ ਅਧਿਕਾਰ ਇੰਸਪੈਕਟਰ ਕੋਲ ਹੁੰਦੇ ਨੇ। ਇਸ ਦੌਰਾਨ ਉਹ ਪ੍ਰਬੰਧਕ ਕਮੇਟੀ ਦੇ ਮੈਂਬਰਸ ਨੂੰ ਚੁਣਦਾ ਹੈ। ਜਿਵੇਂ ਆਮ ਇਲੈਕਸ਼ਨਸ ਵਿੱਚ ਵੋਟਾਂ ਪੈਂਦੀਆਂ ਨੇ ਉਵੇਂ, ਜਾਂ ਸਰਬਸੰਮਤੀ ਹੁੰਦੀ ਹੈ, ਤਾਂ ਇੰਸਪੈਕਟਰ ਕੋਲ ਐਜ਼ ਏ ਪ੍ਰਜ਼ਾਈਡਿੰਗ ਆਫਿਸਰ ਅਧਿਕਾਰ ਹੁੰਦੇ ਨੇ ਕਿ ਉਹ ਸਰਬਸੰਮਤੀ ਨਾਲ ਜਾਂ ਜਿਹੜੀ ਵੀ ਮੈਂਬਰਸ ਜਿੱਤ ਕੇ ਸਾਹਮਣੇ ਹੁੰਦੇ ਉਹਨਾਂ ਨੂੰ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਯੁਕਤ ਕਰ ਸਕੇ। ਇਸ ਵਿੱਚ ਜੇਕਰ ਇੰਸਪੈਕਟਰ ਨੂੰ ਲੱਗੇ ਕਿ ਜਿਸ ਸਭਾ ਦੀ ਉਹ ਇਲੈਕਸ਼ਨ ਕਰਵਾਉਣ ਜਾ ਰਿਹਾ ਹੈ ਉਸ ਵਿੱਚ ਕੋਈ ਹੰਗਾਮਾ ਜਾਂ ਕੋਈ ਲੜਾਈ ਹੋਣ ਦੇ ਆਸਾਰ ਹਨ, ਤਾਂ ਉਹ ਸੰਬੰਧਿਤ SHO ਜਿਹੜਾ ਥਾਣਾ ਹੈ ਉਸ ਨੂੰ ਇੱਕ ਐਪਲੀਕੇਸ਼ਨ ਦੇ ਕੇ ਆਪਣੇ ਨਾਲ ਪੁਲਿਸ ਸਿਕਿਉਰਿਟੀ ਲੈ ਸਕਦਾ ਹੈ। ਨੈਕਸਟ ਜਿਹੜੀ ਡਿਊਟੀ ਜਾਂ ਰੋਲ ਹੈ ਇੰਸਪੈਕਟਰ ਦਾ ਐਜ਼ ਏ ਇਨਫੋਰਸਮੈਂਟ ਆਫਿਸਰ, ਜਾਂ ਆਪਾਂ ਕਹਿ ਲਈਏ ਗਾਰਡੀਅਨ ਆਫ ਕੋਆਪਰੇਟਿਵ ਐਕਟ ਔਰ ਰੂਲਸ। ਸਭਾਵਾਂ ਜੋ ਨੇ ਇਹਨਾਂ ਵਿੱਚ ਜੋ ਵੀ ਕਾਰਵਾਈ ਪ੍ਰਬੰਧਕ ਕਮੇਟੀਆਂ ਵੱਲੋਂ ਕੀਤੀ ਜਾਂਦੀ ਹੈ, ਮਤਿਆਂ ਰਾਹੀਂ ਜੋ ਮਤੇ ਪਾਏ ਜਾਂਦੇ ਨੇ, ਇੰਸਪੈਕਟਰ ਦੀ ਡਿਊਟੀ ਹੁੰਦੀ ਹੈ ਕਿ ਉਹ ਇਸ ਚੀਜ਼ ਨੂੰ ਦੇਖਦਾ ਹੈ ਕਿ ਕੀ ਇਹ ਜੋ ਮਤੇ ਜਾਂ ਕੋਈ ਡਿਸੀਜ਼ਨ ਲਏ ਜਾ ਰਹੇ ਹਨ ਇਹ ਮਹਿਕਮੇ ਦੇ ਐਕਟ, ਰੂਲ ਜਾਂ ਮੁੱਖ ਦਫ਼ਤਰ ਦੀਆਂ RCS ਸਾਹਿਬ ਦੀਆਂ ਹਦਾਇਤਾਂ ਦੇ ਅਕੋਰਡਿੰਗ ਸਹੀ ਪਾਏ ਜਾ ਰਹੇ ਹਨ, ਨਹੀਂ ਪਾਏ ਜਾ ਰਹੇ ਹਨ। ਜੇਕਰ ਨਹੀਂ ਸਹੀ ਪਾਏ ਜਾ ਰਹੇ ਤਾਂ ਇੰਸਪੈਕਟਰ ਐਜ਼ ਏ ਇਨਫੋਰਸਮੈਂਟ ਆਫਿਸਰ ਉੱਥੇ ਇਹਨਾਂ ਚੀਜ਼ਾਂ ਨੂੰ ਲਾਗੂ ਕਰਵਾਉਂਦਾ ਹੈ। ਜੋ RCS ਸਾਹਿਬ ਦੇ ਡਿਸੀਜ਼ਨ ਹੁੰਦੇ ਨੇ, ਹਦਾਇਤਾਂ ਹੁੰਦੀਆਂ ਨੇ, ਉਹਨਾਂ ਨੂੰ ਉਹ ਹੂ-ਬਹੂ ਉੱਥੇ ਸਭਾਵਾਂ ਦੇ ਵਿੱਚ ਉਹ ਲਾਗੂ ਕਰਵਾਉਂਦਾ ਹੈ। ਇਹ ਵੀ ਇੱਕ ਬਹੁਤ ਅਹਿਮ ਜ਼ਿੰਮੇਵਾਰੀ ਹੈ ਇੰਸਪੈਕਟਰ ਦੀ। ਇਹ ਸਨ ਜੀ ਕੁਛ ਡਿਊਟੀਆਂ ਇੰਸਪੈਕਟਰਸ ਦੀਆਂ, ਕੁਝ ਅਹਿਮ ਰੋਲ। ਹੋਰ ਵੀ ਇੰਸਪੈਕਟਰਸ ਦੀਆਂ ਬਹੁਤ ਡਿਊਟੀਆਂ ਨੇ। ਇਹ ਡਿਊਟੀਜ਼ ਵੇਰੀ ਕਰਦੀਆਂ ਨੇ ਟਾਈਪਸ ਆਫ ਸੁਸਾਇਟੀਜ਼ ਦੇ ਅਕੋਰਡਿੰਗ। ਐਗਰੀਕਲਚਰ ਸੁਸਾਇਟੀਜ਼ ਵਿੱਚ ਕੁਝ ਹੋਰ ਡਿਊਟੀਜ਼ ਨੇ, ਮਿਲਕ ਸੁਸਾਇਟੀ ਵਿੱਚ ਕੁਝ ਹੋਰ ਡਿਊਟੀਜ਼ ਨੇ, ਲੇਬਰ ਐਂਡ ਕੰਸਟਰਕਸ਼ਨ ਵਿੱਚ ਕੁਝ ਹੋਰ ਡਿਊਟੀਜ਼ ਨੇ ਇੰਸਪੈਕਟਰ ਦੀਆਂ। ਸੋ ਇਹ ਹਰ ਇੱਕ ਕਿਸਮ ਦੀਆਂ ਸਭਾਵਾਂ ਦੇ ਵਿੱਚ ਵੱਖਰੀ ਵੱਖਰੀ ਡਿਊਟੀਜ਼ ਨੇ, ਪਰ ਇਹ ਜੋ ਕੁਝ ਕਾਮਨ ਡਿਊਟੀਜ਼ ਸੀਗੀਆਂ ਜੋ ਹਰ ਇੱਕ ਸਭਾਵਾਂ ਦੇ ਵਿੱਚ ਐਜ਼ ਇੰਸਪੈਕਟਰ ਰੋਲ ਨਿਭਾਉਂਦਾ ਹੈ। ਸੋ ਆਸ ਕਰਦਾ ਹਾਂ ਕਿ ਆਪ ਜੀ ਨੂੰ ਇੰਸਪੈਕਟਰ ਦੀ ਡਿਊਟੀਜ਼ ਬਾਰੇ ਬਹੁਤ ਪਹਿਲਾਂ ਨਾਲੋਂ ਬਹੁਤ ਹੀ ਵਧੇਰੇ ਜਾਣਕਾਰੀ ਹੋ ਗਈ ਹੋਵੇਗੀ। ਜੋ ਲੋਕ ਨਹੀਂ ਜਾਣਦੇ ਇੰਸਪੈਕਟਰ ਕੋਆਪਰੇਟਿਵ ਬਾਰੇ ਕਿ ਇੰਸਪੈਕਟਰ ਕੋਆਪਰੇਟਿਵ ਡਿਊਟੀਜ਼ ਕੀ ਹੁੰਦੀਆਂ ਨੇ, ਉਹ ਕਾਫੀ ਕੁਝ ਜਾਣ ਗਏ ਹੋਣਗੇ। ਅਤੇ ਆਸ ਕਰਦਾ ਕਿ ਆਪ ਜੀ ਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਇਸ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ। ਧੰਨਵਾਦ ਜੀ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਥੈਂਕ ਯੂ ਜੀ।